वाहेगुरु जी का खालसा वाहेगुरु जी की फतेह। जोगो जोगा टल सतगुरु श्री गुरु ग्रंथ साहिब जी महाराज सतगुरां दे पावन चरणां च नौवें पातशाह श्री गुरु तेग बहादुर साहिब जी दे पवित्र पावन चरण छो प्राप्त इतिहासक स्थान ते अमृत वेले तो हाजरियां भर रही गुरु की साजी और निवाजी हुई गुरु खालसा साध संगत जीओ धनता दे पात्र हो। गुरु घर दे महान शहीद अमर अनोखे शहीद शहीदां दी मिसल दे जथेदार और दमदमी टकसाल दे पहले मुखी शहीद बाबा दीप सिंह जी का अज पवित्र पावन जन्म दिहाड़ा है। बहुत ही श्रद्धा भावना आस्था सत्कार सहित गुरु चरना च इकत्र हो के बाबा जी का जन्म दिहाड़ा आप जी गुरु चरना विच इकत्र हो करके मना रहे हो। अज दे दिन पहुविंड भाई भगतू जी दे गृह विखे माता जिउणी जी दे उदर तो इस महान तपस्वी महान जरनैल महान शहीद का जन्म होया। भाई भगतू जी जिमीदारा करते सन। पहली उम्र दे विच घर च संतान नहीं सी। मन च तांग सी निरंकार की दया वरती। एक दिन सवेरे वक्ते अमृत वेले उठ के खेतां च गए। गन्ने पीड़ने सन, कुल्हाड़ी चलदी सी। कामा नहीं आया ते बह के उड़ीक करन लग पे। चले सवखते गए सन, जदों थोड़ी जी लो लगी ते सफेद रंग दे बस्तर पहने एक गुरसिख आ गया। भाई भगतू नूं वेख के कोल आके बह गए, फतेह बुलाई। गल बात चली, पता लगा कामा नहीं आया। बल्द जोड़ लए, कहंदे चलो मैं मदद करदा। इन्होंने सवेरे शाह वेला लैके माता जिउणी जी भी आ गए। शाह वेला यानी कि सवेर दा भोजन। भाई भगतू जी आप ही बल्दां नूं हक्कण ते आप ही आके इधर गन्ने लाउण। वो सिख पुछदा है, भाई भगतू जी घर विच कोई निक्का न्याणा नहीं जिहड़ा बल्दां नूं हक्की जाए। ये सुणदिआं भाई भगतू जी एकदम विराग विच ते माता जिउणी जी भी कि घर च पुत्र नहीं, संतान नहीं है। आख्या जी है सब कुछ परमेश्वर दा दत्ता, पर इस दात तो हाले वांझे। आओ भोजन छकीए। माता जिउणी नूं इदां जापे भी ये बाबा बुढ़ा ही आया सिख दे रूप च। ते देव ने तज प्रशादे भी मिस्से पका के लियाई। उस सिख नूं प्रशादा छकाउंदे ते नाले मन ही मन सोचदे किते बाबा बुढ़ा आप तां नहीं आ गया सिख दे रूप च मैनूं पुत्र दा वर देण। भोजन छकाया ते उस सिख ने बचन कीता कि आप जी दे गृह विखे बालक होवेगा, ओदा नाम दीप रखियो।
ਇਹ ਕਹਿ ਕੇ ਸਿੱਖ ਉੱਥੋਂ ਗਿਆ। ਵੇਖਦਿਆਂ ਕਿੱਥੇ ਚਲਾ ਗਿਆ ਨਹੀਂ ਪਤਾ ਲੱਗਾ। ਸਾਹਿਬ ਦੀ ਕਿਰਪਾ ਵਰਤੀ। ਸਮਾਂ ਪਾ ਕੇ ਭਾਈ ਭਗਤੂ ਜੀ ਦੇ ਗ੍ਰਹਿ ਵਿਖੇ ਅੱਜ ਦੇ ਦਿਨ ਇਸ ਮਹਾਨ ਤੇਜਸਵੀ ਦਾ, ਮਹਾਨ ਤਪਸਵੀ ਬਾਲਕ ਦਾ ਜਨਮ ਹੋਇਆ। ਉਹ ਸਿੱਖ ਕੌਣ ਸੀ ਨਹੀਂ ਪਤਾ, ਪਰ ਭਾਈ ਭਗਤੂ ਜੀ ਦੇ ਮਨ ਵਿੱਚ ਤੇ ਮਾਤਾ ਜਿਉਣੀ ਦੇ ਹਿਰਦੇ ਵਿੱਚ ਇਹੀ ਇੱਛਾ, ਇਹੀ ਭਾਵਨਾ, ਹੋ ਸਕਦਾ ਹੈ ਹੋਵੇ ਨਾ ਹੋਵੇ ਬਾਬਾ ਬੁੱਢਾ ਸਾਹਿਬ ਹੋਣ। ਜਿਵੇਂ ਕਿ ਉਹ ਜਾਣ ਵੇਲੇ ਕਹਿ ਗਏ ਸਨ ਵੀ ਤੁਹਾਡੀ ਕੁਲ ਦਾ ਦੀਵਾ ਹੋਵੇਗਾ, ਨਾਮ ਦੀਪ ਰੱਖਿਓ। ਇਹਨਾਂ ਨੇ ਵੀ ਬਾਬਾ ਜੀ ਦਾ ਨਾਮਕਰਨ ਕੀਤਾ ਤੇ ਦੀਪ ਨਾਮ ਰੱਖਿਆ। ਅਕਸਰ ਬਾਲਕਾਂ ਦੇ ਨਾਮ ਨਗਰਾਂ ਵਿੱਚ ਜੈਸੇ ਰੱਖੇ ਜਾਂਦੇ ਨੇ, ਲਾੜ ਨਾਲ ਉਹ ਬਾਲਕਾਂ ਦੇ ਨਾਮ ਤਬਦੀਲ ਹੋ ਜਾਂਦੇ ਨੇ। ਦੀਪ ਤੋਂ ਦੀਪਾ ਦੀਪਾ ਕਹਿ ਕੇ ਪਿੰਡ ਦੇ ਵਿੱਚ ਸੱਦਣ ਲੱਗ ਪਏ। ਨਗਰ ਦੇ ਇੱਕ ਗ੍ਰੰਥੀ ਸਿੰਘ ਜੀ ਪਾਸ ਇਸ ਬਾਲਕ ਦੀਪ ਨੇ ਨਿਤਨੇਮ ਦੀ ਸੰਥਿਆ ਕੀਤੀ। 5 ਗ੍ਰੰਥੀ ਪੜ੍ਹੀ, 10 ਗ੍ਰੰਥੀ ਪੜ੍ਹੀ। ਦਿਨਾਂ ਵਿੱਚ ਹੀ ਗੁਰਬਾਣੀ ਦੇ ਮਹਾਨ ਤਤਵੇਤਾ ਬਣ ਗਏ। ਕਿਸ਼ੋਰ ਅਵਸਥਾ ਵੱਲ ਗਏ। ਕਲਗੀਧਰ ਜੀ ਦੇ ਦਰਸ਼ਨਾਂ ਦੀ ਤਾਂਘ ਹੋਈ। ਮਾਤਾ ਪਿਤਾ ਜੀ ਦੇ ਨਾਲ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਦਰਸ਼ਨ ਕੀਤੇ ਤੇ ਬਸ ਗੁਰੂ ਜੋਗੇ ਹੋ ਗਏ। ਮਾਂ ਪਿਤਾ ਨੂੰ ਆਖਿਆ ਤੁਸੀਂ ਜਾਓ, ਮੈਂ ਹੁਣ ਸਤਿਗੁਰਾਂ ਦੀ ਸ਼ਰਨ ਰਹਿਣਾ। ਇੱਥੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪਾਸ ਕਲਗੀਧਰ ਜੀ ਨੇ ਡਿਊਟੀ ਲਾਈ ਕਿ ਤੁਸੀਂ ਇਸ ਬਾਲਕ ਦੀਪ ਨੂੰ ਪੜ੍ਹਾਓ। ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਕੀਤੀ। ਅਰਬੀ ਫਾਰਸੀ ਦੀ ਵਿਦਿਆ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪੜ੍ਹੀ ਤੇ ਕਲਗੀਧਰ ਜੀ ਦੇ ਪਾਸੋਂ ਖੰਡੇ ਦੀ ਪੌਲ ਛਕ ਕੇ ਦੀਪ ਤੋਂ ਦੀਪ ਸਿੰਘ ਸਜੇ। ਔਰ ਵਿਦਿਆ ਦਿਨਾਂ ਦੇ ਵਿੱਚ ਹੀ ਪੜ੍ਹ ਕੇ ਨਿਪੁੰਨ ਹੋ ਗਏ। ਕਲਗੀਧਰ ਜੀ ਦੀ ਹੀ ਦੇਖ ਰੇਖ ਵਿੱਚ ਬਾਬਾ ਦੀਪ ਸਿੰਘ ਜੀ ਨੇ ਘੋੜ ਸਵਾਰੀ ਸਿੱਖੀ, ਨੇਜੇਬਾਜੀ, ਤੀਰ ਅੰਦਾਜ਼ੀ ਦੀ ਵਿਦਿਆ, ਤੇਗ ਚਲਾਉਣ ਦੀ ਵਿਦਿਆ, ਚਾਂਦਮਾਰੀ ਆਦਿ ਕੇ ਸਾਰੀਆਂ ਵਿਦਿਆਵਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ 'ਚ ਰਹਿ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਿੱਖੀਆਂ। ਮਾਤਾ ਪਿਤਾ ਜੀ ਆਏ ਕਿ ਹੁਣ ਇਹਦੀ ਸ਼ਾਦੀ ਕਰੀਏ, ਪਰ ਬਾਬਾ ਜੀ ਨੇ ਸ਼ਾਦੀ ਤੋਂ ਇਨਕਾਰ ਕੀਤਾ ਕਿ ਮੈਂ ਆਪਣਾ ਜੀਵਨ ਕਲਗੀਧਰ ਜੀ ਦੇ ਚਰਨਾਂ 'ਚ ਸਮਰਪਣ ਕਰ ਦਿੱਤਾ। ਐਸਾ ਨਹੀਂ ਕਿ ਗ੍ਰਸਤ ਮਾਰਗ ਦੇ ਵਿਰੋਧੀ ਸਨ, ਪਰ ਆਪਣਾ ਜੀਵਨ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕਰਕੇ ਭਾਵਨਾ ਇਹ ਬਣਾ ਲਈ ਕਿ ਗੁਰੂ ਲੇਖੇ ਜੀਵਨ ਲਾਉਣਾ। ਤੋ ਮਹਾਨ ਵਿਦਿਆ ਦਾ ਜੋ ਗਿਆਨ ਹੈ ਉਹ ਕਲਗੀਧਰ ਜੀ ਦੀ ਸ਼ਰਨ 'ਚ ਰਹਿ ਕੇ ਬਾਬਾ ਜੀ ਨੇ ਪ੍ਰਾਪਤ ਕੀਤਾ। ਗੁਰੂ ਸਾਹਿਬ ਜੀ ਦੇ ਹੁਕਮ ਨਾਲ ਨਗਰ 'ਚ ਚਲੇ ਗਏ। ਉੱਥੇ ਜਾ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ। ਬੜਾ ਭਰਵਾਂ ਜੁੱਸਾ ਸੀ ਬਾਬਾ ਜੀ ਦੇ ਸਰੀਰ ਦਾ, ਉੱਚਾ ਲੰਮਾ ਕੱਦ ਸੀ, ਬਲਵਾਨ। ਨਗਰ ਦੇ ਆਲੇ ਦੁਆਲੇ ਕਿਤੇ ਕੋਈ ਕੁਰੀਤੀ ਹੁੰਦੀ ਹੈ, ਕੋਈ ਪਠਾਨ ਧੱਕਾ ਕਰਦਾ ਹੈ, ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਜਾ ਕਰਕੇ ਇਹਨਾਂ ਨੂੰ ਸੋਧਾ ਲਾਉਂਦੇ। ਜਿਸ ਵਕਤ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਮਹਾਰਾਜ ਕਲਗੀਧਰ ਸਵਾਮੀ ਜੀ ਦਮਦਮਾ ਸਾਹਿਬ ਗੁਰੂ ਕਾਸ਼ੀ ਪਹੁੰਚੇ, ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸੱਦਾ ਭੇਜ ਕੇ ਆਪਣੇ ਕੋਲ ਬੁਲਾਇਆ। ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਕੇ ਬਾਬਾ ਜੀ ਨੇ ਆਪਣਾ ਸੀਸ ਗੁਰੂ ਚਰਨਾਂ 'ਚ ਅਰਪਣ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਵਰੂਪ ਦੀ ਲਿਖਵਾਈ ਸਤਿਗੁਰੂ ਜੀ ਕਰਾਉਣ ਲੱਗੇ ਸਨ। ਭਾਈ ਮਨੀ ਸਿੰਘ ਜੀ ਲਿਖਾਰੀ ਨੇ
ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਕਲਮਾ ਘੜਨ ਦੀ, ਸ਼ਾਹੀ ਬਣਾਉਣ ਦੀ ਸੇਵਾ, ਕਾਗਜ਼ਾਂ ਦੀ ਸੇਵਾ ਜਿਹੜੀ ਆ ਉਹ ਆਪਣੇ ਹੱਥੀਂ ਕਰਦੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ। ਕਲਗੀਧਰ ਸੁਆਮੀ ਜੀ ਜਿਸ ਵੇਲੇ ਦੱਖਣ ਦਿਸ਼ਾ ਨੂੰ ਗਏ ਨੇ, ਦਮਦਮਾ ਸਾਹਿਬ ਗੁਰੂ ਕਾਸ਼ੀ ਦੀ ਜਿਹੜੀ ਮਹੰਤੀ ਹੈ, ਇੱਥੋਂ ਦੀ ਜਿਹੜੀ ਜਥੇਦਾਰੀ ਹੈ, ਉਹ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਨੂੰ ਸੌਂਪ ਕੇ ਗਏ ਕਿ ਤੁਸੀਂ ਇੱਥੇ ਵਿਦਿਆ ਦੀ ਕਾਸ਼ੀ ਹੈ, ਵਿਦਿਆ ਚਲਾਓ, ਪੜਾਓ ਜੋ ਅਸੀਂ ਤੁਹਾਨੂੰ ਪੜਾਇਆ। ਤੋ ਦਮਦਮਾ ਸਾਹਿਬ ਰਹਿ ਕਰਕੇ ਬਾਬਾ ਜੀ ਨੇ ਅਨੇਕਾਂ ਗੁਰਮੁਖਾਂ ਨੂੰ ਗੁਰਬਾਣੀ ਦੀ ਵਿਦਿਆ ਪੜਾਈ, ਗੁਰਬਾਣੀ ਦੀ ਸੰਥਿਆ ਕਰਾਈ। ਉੱਥੋਂ ਸੰਪਰਦਾਇ ਚੱਲੀ। ਜਿਸ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਆਏ ਤੇ ਬਾਬਾ ਜੀ ਦੇ ਨਾਲ ਰਹਿ ਕੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਨੇਕਾਂ ਜੰਗਾਂ ਲੜੀਆਂ। ਸਰਹੰਦ ਦੀ ਧਰਤੀ ਦਾ ਵੱਡਾ ਜੰਗ ਵਜੀਦੇ ਦੇ ਨਾਲ ਚੱਪੜਚਿੜੀ ਦੇ ਮੈਦਾਨ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਿਆ, ਉਸ ਜੰਗ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਸ਼ਾਮਲ ਰਹੇ। ਪਰ ਕੁਝ ਕੁ ਵਿਚਾਰਾਂ ਦਾ ਭੇਦ ਹੋਣ ਕਰਕੇ ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਅਲੱਗ ਹੋ ਕੇ ਬਾਬਾ ਦੀਪ ਸਿੰਘ ਜੀ ਵਾਪਸ ਦਮਦਮਾ ਸਾਹਿਬ ਗੁਰੂ ਕਾਸ਼ੀ ਆਣ ਬਿਰਾਜੇ। ਜਦੋਂ ਮਿਸਲਾਂ ਦਾ ਸਮਾਂ ਬਣਿਆ, ਮਿਸਲਾਂ ਬਣਾਈਆਂ ਗਈਆਂ ਪੰਥ ਦੀਆਂ, ਤੋ ਪੰਥ ਦੀਆਂ ਮਿਸਲਾਂ ਵਿੱਚ ਇੱਕ ਮਿਸਲ ਬਣਾਈ ਗਈ ਸ਼ਹੀਦਾਂ ਦੀ ਮਿਸਲ। ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮੁਕਰਰ ਕੀਤਾ ਗਿਆ। ਉਧਰ ਦਮਦਮੀ ਟਕਸਾਲ ਚੱਲੀ, ਕਿਉਂਕਿ ਵਿਦਿਆ ਪੜਾਉਂਦੇ ਸਨ, ਉਹਦੇ ਵੀ ਮੁਖੀ ਤੇ ਸ਼ਹੀਦਾਂ ਦੀ ਮਿਸਲ ਦੇ ਪਹਿਲੇ ਮੁਖੀ, ਪਹਿਲੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਹਨ। ਉਹ ਸ਼ਹੀਦਾਂ ਦੀ ਮਿਸਲ, ਜਿਸ ਨੂੰ ਬਾਅਦ ਇਹ ਨਾਂ ਦਿੱਤਾ ਗਿਆ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ, ਹੁਣ ਵੀ ਉਹ ਮਿਸਲ ਚੱਲਦੀ ਹੈ। ਪੰਥ ਦਾ ਪ੍ਰਚਾਰ ਪ੍ਰਸਾਰ ਉਹ ਮਿਸਲ ਕਰ ਰਹੀ। ਇਹੋ ਜਿਹੇ ਮਹਾਨ ਸ਼ਹੀਦ ਜਿਨ੍ਹਾਂ ਨੇ ਜਿੱਥੇ ਸੂਰਮਤਾਈ ਨਾਲ ਸ਼ਸਤਰਾਂ ਦੇ ਜੌਹਰ ਵਿਖਾਏ, ਤਲੀ ਤੇ ਸੀਸ ਰੱਖ ਕੇ ਲੜੇ, ਉੱਥੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਹੱਥੀਂ ਲਿਖੇ। 4 ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਨਾਲ ਲਿਖੇ। ਇੱਕ ਅਰਬੀ ਭਾਸ਼ਾ ਵਿੱਚ ਲਿਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਜਿਹੜੇ ਕੀਤੇ, ਜਿਹੜੀਆਂ ਪਾਵਨ ਬੀੜਾਂ ਦੇ ਹੁਣ ਅਸੀਂ ਦਰਸ਼ਨ ਕਰਦੇ ਹਾਂ, ਇਹ ਬਾਬਾ ਦੀਪ ਸਿੰਘ ਸਾਹਿਬ ਜੀ ਵਾਲੀ ਬੀੜ ਦੇ ਉਤਾਰੇ ਹਨ ਸਾਰੇ। 4 ਸਰੂਪ ਲਿਖ ਕੇ ਪੰਥ ਦੇ 4 ਜਥੇ ਤਖਤਾਂ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਹ 4 ਸਰੂਪ ਭੇਜੇ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਤਖਤ ਹਰਮੰਦਰ ਜੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਔਰ ਤਖਤ ਸ੍ਰੀ ਅਕਾਲ ਤਖਤ ਸਾਹਿਬ। 4 ਤਖਤ ਸਨ ਉਸ ਵੇਲੇ ਪੰਥ ਦੇ। ਤੋਂ 4 ਤਖਤਾਂ ਦੇ ਉੱਤੇ 4 ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਭੇਜੇ, ਜਿਹੜੇ ਹੁਣ ਵੀ ਉਹਨਾਂ ਤਖਤਾਂ ਤੇ ਸੁਭਾਏਮਾਨ ਨੇ। ਜਾਗਰਤੀ ਯਾਤਰਾ ਦੇ ਦੌਰਾਨ ਜਦੋਂ ਸ੍ਰੀ ਹਜ਼ੂਰ ਸਾਹਿਬ ਤੋਂ ਜਾਗਰਤੀ ਯਾਤਰਾ ਚੱਲੀ ਸੀ 300 ਸਾਲੇ ਤੇ, ਉਹਦੇ ਦੌਰਾਨ ਜੋ ਪਾਵਨ ਸਰੂਪ ਨੂੰ ਸੰਗਤਾਂ ਦੇ ਦਰਸ਼ਨ ਕਰਾਏ ਜਾਂਦੇ ਰਹੇ ਨੇ, ਉਹ ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਲਿਖਿਆ ਹੋਇਆ। ਐਸੇ ਮਹਾਨ ਜਰਨੈਲ, ਮਹਾਨ ਲਿਖਾਰੀ, ਮਹਾਨ ਵਿਦਵਾਨ, ਮਹਾਨ ਯੋਧੇ, ਮਹਾਨ ਤਪਸਵੀ, ਅੱਜ ਵੀ ਤੁਸੀਂ ਦਮਦਮਾ ਸਾਹਿਬ ਜਾਓ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਭੌਰਾ, ਜਿੱਥੇ ਦੀਵਾਰਾਂ ਦੇ ਵਿੱਚ ਹੀ ਜਲ ਦੇ ਘੜੇ ਭਰੇ ਹੋਏ ਨੇ, ਕਈ ਘੰਟਿਆਂ ਬੱਧੀ ਉੱਥੇ ਬੈਠੇ ਰਹਿਣਾ।
ਸਾਧਨਾ ਦੇ ਵਿੱਚ, ਤਪ ਦੇ ਵਿੱਚ ਬਲੀਨ ਰਹਿਣਾ। ਛੋਲੇ ਛਕ ਲੈਣੇ ਤੇ ਜਲ ਛਕ ਲੈਣਾ। ਬੜੀ ਭਾਰੀ ਤਪੱਸਿਆ ਬਾਬਾ ਜੀ ਨੇ ਕੀਤੀ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਨਿਤਨੇਮ ਦੀ ਜਦੋਂ ਪੋਥੀ ਵੇਖਦੇ ਆ ਤਾਂ ਪਤਾ ਲੱਗਦਾ ਉਹਨਾਂ ਦਾ ਨਿਤਨੇਮ ਕਿਤਨਾ ਸੀ। ਬੇਅੰਤ ਬਾਣੀਆਂ ਦਾ ਨਿਤਨੇਮ ਬਾਬਾ ਦੀਪ ਸਿੰਘ ਸਾਹਿਬ ਜੀ ਰੋਜ਼ ਕਰਿਆ ਕਰਦੇ, ਜੋ ਸਾਡੇ ਵਰਗੇ ਜੀਵਾਂ ਲਈ ਪੂਰਨੇ ਪਾ ਕੇ ਗਏ। ਐਸੇ ਮਹਾਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਆਪ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ।